ਪਿਆਰੇ ਵਿਦਿਆਰਥੀਓ, ਅੰਮ੍ਰਿਤ ਸੀਨੀਅਰ ਸੈਕੰਡਰੀ ਸਕੂਲ ਦੇ YouTube ਚੈਨਲ 'ਤੇ ਪੰਜਾਬੀ ਦੀ ਜਮਾਤ ਵਿੱਚ ਤੁਹਾਡਾ ਸਵਾਗਤ ਹੈ। ਜਿਵੇਂ ਤੁਸੀਂ ਜਾਣਦੇ ਹੋ, ਅਸੀਂ ਆਪਣੀ 9ਵੀਂ ਸ਼੍ਰੇਣੀ ਦੀ ਪਾਠ ਪੁਸਤਕ ਵੰਨਗੀ ਵਿੱਚੋਂ ਕਹਾਣੀ ਨੰਬਰ 4 ਮੁਰਗੀਆਂ ਪੜ੍ਹ ਰਹੇ ਸਾਂ, ਜੋ ਕਿ ਨੌਰੰਗ ਸਿੰਘ ਜੀ ਦੁਆਰਾ ਲਿਖੀ ਗਈ ਹੈ। ਹੁਣ ਤੱਕ ਅਸੀਂ ਕਹਾਣੀ ਵਿੱਚ ਪੜ੍ਹ ਚੁੱਕੇ ਹਾਂ ਕਿ ਕਰੀਮੂ ਅਤੇ ਰਹੀਮੂ ਦੋ ਭਰਾ ਹਨ। ਉਹ ਸਦਾ ਖੇਡਣ ਵਿੱਚ ਮਸਤ ਰਹਿੰਦੇ ਹਨ। ਉਹਨਾਂ ਦੀ ਬਿਮਾਰ ਮਾਂ ਮੰਜੇ 'ਤੇ ਪਈ ਦਮ ਤੋੜ ਰਹੀ ਹੈ, ਪਰ ਉਹਨਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ। ਉਹਨਾਂ ਦਾ ਪਿਤਾ ਜੁਆਰੀਆ ਅਤੇ ਨਸ਼ੇੜੀ ਸੀ, ਜੋ ਜੂਏ ਵਿੱਚ ਆਪਣਾ ਸਭ ਕੁਝ ਹਾਰ ਚੁੱਕਾ ਸੀ। ਵਿਹਲੇ ਰਹਿਣ ਕਾਰਨ ਪਿੰਡ ਵਾਲੇ ਉਹਨਾਂ 'ਤੇ ਚੋਰੀਆਂ ਕਰਨ ਦਾ ਸ਼ੱਕ ਕਰਦੇ ਹਨ। ਬਿਮਾਰ ਪਈ ਮਾਂ ਦੋਹਾਂ ਭਰਾਵਾਂ ਨੂੰ ਦੱਸਦੀ ਹੈ ਕਿ ਉਸ ਦੇ ਕੰਨਾਂ ਵਿੱਚ ਪਾਈਆਂ ਮੁਰਕੀਆਂ ਉਹਨਾਂ ਦੇ ਬਾਪ ਦੀ ਨਿਸ਼ਾਨੀ ਹੈ। ਇਹ ਮੁਰਕੀਆਂ ਉਹ ਸਾਰੀ ਉਮਰ ਉਸ ਦੇ ਕੰਨਾਂ ਵਿੱਚ ਪਾਈਆਂ ਦੇਖਣੀਆਂ ਚਾਹੁੰਦਾ ਸੀ। ਇਹ ਗੱਲਾਂ ਉਹਨਾਂ ਦੀ ਬਿਮਾਰ ਪਈ ਮਾਂ ਆਪਣੇ ਦੋਵਾਂ ਪੁੱਤਰਾਂ ਨੂੰ ਦੱਸਦੀ ਹੈ। ਆਓ ਅੱਜ ਅਸੀਂ ਕਹਾਣੀ ਨੂੰ ਅੱਗੇ ਸ਼ੁਰੂ ਕਰਦੇ ਹਾਂ ਤੇ ਕਹਾਣੀ ਨੂੰ ਸਮਾਪਤ ਕਰਦੇ ਹਾਂ। ਮਾਂ ਦੀਆਂ ਝੁਰੜੀਆਂ ਵਿੱਚ ਹੰਝੂਆਂ ਦੀ ਤਤੀਰੀਆਂ ਫਸੀਆਂ ਹੋਈਆਂ ਸਨ। ਕਰੀਮੂ ਤੇ ਰਹੀਮੂ ਸੁੰਨ ਹੋਏ ਬੈਠੇ ਰਹੇ। ਮਾਂ ਕੁਝ ਰੁਕ ਕੇ ਮੁੜ ਬੋਲੀ, ਮੈਂ ਉਮਰ ਭਰ ਇਹਨਾਂ ਮੁਰਗੀਆਂ ਨੂੰ ਸਾਂਭ ਰੱਖਦੇ ਆਈ ਹਾਂ। ਪੁੱਤਰ, ਜੇ ਮੈਂ ਮਰ ਗਈ, ਇਹ ਮੇਰੇ ਨਾਲ ਹੀ ਕਬਰ ਵਿੱਚ ਦਬਾ ਦੇਣੀਆਂ। ਤੁਹਾਡੇ ਅੱਬਾ ਦੀ ਯਾਦ। ਉਹਦਾ ਗਲਾ ਰੁਕ ਗਿਆ ਤੇ ਅੱਗੇ ਉਹ ਕੁਝ ਨਾ ਕਹਿ ਸਕੀ। ਬਿੰਦ ਕੁ ਮਗਰੋਂ ਦੋਵੇਂ ਉੱਠ ਕੇ ਬਾਹਰ ਨਿਕਲ ਆਏ। ਆਕਾਸ਼ ਉੱਤੇ ਤਾਰੇ ਬਿੱਲੀ ਦੀਆਂ ਅੱਖਾਂ ਵਾਂਗ ਲੱਟ ਪਏ ਝਾਕਦੇ ਸਨ, ਮਾਨੋ ਉਹਨਾਂ ਨੂੰ ਘੁਰਕ ਰਹੇ ਨੇ। ਦੋਵੇਂ ਨਾਲੋਂ ਨਾਲ ਡੱਠੀਆਂ ਮੰਜੀਆਂ 'ਤੇ ਪੈ ਕੇ ਗੱਲਾਂ ਜਿਹੀਆਂ ਕਰਨ ਲੱਗ ਪਏ। ਮਾਂ ਐਵੇਂ ਨਿੱਤ ਮਰਨ ਕਰਦੀ ਰਹਿੰਦੀ ਏ, ਕਰੀਮੂ ਬੋਲਿਆ। ਰੱਬ ਕਰੇ ਨਾ ਮਾਂ ਮਰੇ ਤੇ ਨਾ ਉਹਦੀਆਂ ਮੁਰਕੀਆਂ ਦੱਬੀਆਂ ਜਾਣ, ਰਹੀਮੂ ਨੇ ਆਖਿਆ। ਪਿਆਰੇ ਵਿਦਿਆਰਥੀਓ, ਅੱਗੇ ਪੜ੍ਹਨ ਤੋਂ ਪਹਿਲਾਂ ਆਓ ਇਸ ਨੂੰ ਵਿਸਥਾਰ ਨਾਲ ਸਮਝੀਏ ਕਿ ਕਿਵੇਂ ਦੋਵੇਂ ਭਰਾ ਆਪਣੀ ਮਾਂ ਦੀਆਂ ਗੱਲਾਂ ਸੁਣ ਕੇ ਬਾਹਰ ਨੂੰ ਆਪਣੇ ਮੰਜਿਆਂ 'ਤੇ ਆ ਕੇ ਲੇਟ ਗਏ ਤੇ ਦੋਵੇਂ ਇਹ ਗੱਲਾਂ ਕਰਨ ਲੱਗ ਪਏ ਕਿ ਉਹਨਾਂ ਦੀ ਮਾਂ ਕਦੇ ਵੀ ਨਾ ਮਰੇ ਤੇ ਉਸ ਦੀਆਂ ਮੁਰਗੀਆਂ ਵੀ ਕਦੀ ਵੀ ਨਾ ਉਸ ਦੇ ਨਾਲ ਦਫਨਾਈਆਂ ਜਾਣ। ਆਓ ਅੱਗੇ ਕਹਾਣੀ ਸ਼ੁਰੂ ਕਰਦੇ ਹਾਂ। ਹਾਂ, ਉਹ ਜਿਉਂਦੀ ਹੀ ਰਹੇ ਤੇ ਵੇਖਦੀ ਰਹੇ ਆਪਣੀਆਂ ਮੁਰਗੀਆਂ ਨੂੰ। ਫਿਰ ਦੋਵੇਂ ਚੁੱਪ ਕਰ ਗਏ। ਸੋਨਾ ਵੀ ਕਦੀ ਦੱਬੀਦਾ ਏ ਭੋਂ ਵਿੱਚ ਭਲਾ? ਰਹੀਮੂ ਨੇ ਮੁੜ ਪੁੱਛਿਆ। ਕਾਹਨੂੰ ਮਾਂ ਤੇ ਸ਼ੁਦੈਣ ਏ, ਲੋਕੀ ਤੇ ਸਗੋਂ ਸੋਨਾ ਧਰਤੀ 'ਚੋਂ ਕੱਢਦੇ ਨੇ। ਕਿ ਕਿਵੇਂ ਦੋਵੇਂ ਭਰਾ ਭੋਲੀਆਂ ਗੱਲਾਂ ਨਾਲ ਆਪਣੀ ਮਾਂ ਦੀਆਂ ਕੀਤੀਆਂ ਹੋਈਆਂ ਗੱਲਾਂ ਨੂੰ ਸੋਚ ਕੇ ਇੱਕ ਦੂਸਰੇ ਨੂੰ ਇਹ ਕਹਿਣ ਲੱਗ ਪਏ ਕਿ ਉਹਨਾਂ ਦੀ ਮਾਂ ਹਮੇਸ਼ਾ ਜਿਉਂਦੀ ਰਵੇ ਤੇ ਆਪਣੇ ਕੰਨਾਂ ਵਿੱਚ ਪਈਆਂ ਮੁਰਕੀਆਂ ਹਮੇਸ਼ਾ ਹੀ ਵੇਖਦੀ ਰਵੇ। ਆਓ ਕਹਾਣੀ ਨੂੰ ਅੱਗੇ ਪੜ੍ਹਦੇ ਹਾਂ। ਕਿੰਨੇ ਕੰਮ ਆਉਂਦਾ ਹੈ ਸੋਨੇ ਦੇ ਪੈਸੇ, ਪੈਸਿਆਂ ਦੇ ਦਾਣੇ ਤੇ ਰੋਟੀਆਂ। ਇਉਂ ਗੱਲਾਂ ਕਰਦੇ ਉਹ ਸੌਂ ਗਏ। ਕਈ ਦਿਨ ਹੋਰ ਲੰਘ ਗਏ। ਉੜਕ ੜਿੜਕ ਦੀ ਮਾਂ ਦਾ ਅੰਤ ਹੋ ਗਿਆ। ਦੋਹਾਂ ਭਰਾਵਾਂ ਨਿਰੋੜਿਆਂ ਤਿਆਰ ਕੀਤਾ, ਕੋਈ ਉਹਨਾਂ ਦੀ ਸਹਾਇਤਾ ਨੂੰ ਨਾ ਪਹੁੰਚਿਆ। ਉਹਨਾਂ ਆਪੀ ਕਬਰ ਪੁੱਟੀ ਤੇ ਅੰਤਮ ਦਰਸ਼ਨਾਂ ਲਈ ਮਾਂ ਦਾ ਮੂੰਹ ਨੰਗਿਆ ਕੀਤਾ। ਦੋਹਾਂ ਕੰਨਾਂ ਵਿੱਚ ਦੋ ਸੋਨੇ ਦੀਆਂ ਮੁਰਕੀਆਂ ਉਸੇ ਤਰ੍ਹਾਂ ਲਮਕ ਰਹੀਆਂ ਸਨ, ਉਹਨਾਂ ਦੇ ਪਿਓ ਦੀ ਯਾਦਗਾਰ। ਪਿਆਰੇ ਵਿਦਿਆਰਥੀਓ, ਕਿ ਕਿਵੇਂ ਇੱਕ ਦਿਨ ਉਹਨਾਂ ਦੀ ਮਾਂ ਮਰ ਗਈ ਤੇ ਪਿੰਡ ਦਾ ਕੋਈ ਵੀ ਉਹਨਾਂ ਕੋਲ ਨਾ ਆਇਆ। ਉਹਨਾਂ ਦੋਹਾਂ ਭਰਾਵਾਂ ਨੇ ਹੀ ਆਪਣੀ ਮਾਂ ਦੀ ਕਬਰ ਪੁੱਟੀ ਤੇ ਉਸ ਦੇ ਕੰਨਾਂ ਵਿੱਚ ਲਮਕਦੀਆਂ ਮੁਰਕੀਆਂ ਵੀ ਨਾਲ ਹੀ ਦਫਨਾ ਦਿੱਤੀਆਂ। ਆਓ ਅੱਗੇ ਪੜ੍ਹਦੇ ਹਾਂ। ਮਾਂ ਨੂੰ ਚੰਗੀ ਤਰ੍ਹਾਂ ਦਫਨਾ ਕੇ ਦੋਵੇਂ ਘਰ ਪਰਤ ਆਏ। ਨਾ ਕੋਈ ਦਿਲਬਰੀ ਲਈ ਉਹਨਾਂ ਕੋਲ ਬੈਠਾ, ਨਾ ਹੀ ਪਿੰਡ ਵਿੱਚ ਕਿਸੇ ਨੂੰ ਉਹਨਾਂ ਦੀ ਮਾਂ ਦਾ ਗਮ ਸੀ। ਰਾਤੀ ਦੋਵੇਂ ਭੁੱਖੇ ਭਾਣੇ ਮੰਜਿਆਂ 'ਤੇ ਚੁੱਪਚਾਪ ਜਿਹੇ ਪੈ ਗਏ।
ਕੁਝ ਚਿਰ ਮਗਰੋਂ ਕਰੀਮੂ ਦੇ ਮੂੰਹੋਂ ਨਿਕਲਿਆ, ਚਲੋ ਜੀ, ਤੁਰ ਗਈ ਮਾਂ ਵੀ ਅੱਜ। ਹੁਣ ਉਹ ਕਿੱਥੇ ਜਾਏਗੀ ਕਰੀਮੂ? ਰਹੀਮੂ ਨੇ ਵੀ ਚੁੱਪ ਤੋੜੀ। ਬਹਿਸ਼ਤੀ, ਮੁਰਕੀਆਂ ਵੀ ਨਾਲ ਹੀ। ਮੁਰਕੀਆਂ। ਕਰੀਮੂ ਕੋਈ ਉੱਤਰ ਨਾ ਦੇ ਸਕਿਆ। ਉੜਕ ਦੋਹਾਂ ਨੂੰ ਨੀਂਦਰ ਆ ਗਈ ਕਿ ਕਿਵੇਂ ਦੋਵੇਂ ਭਰਾ ਆਪਣੀ ਮਾਂ ਨੂੰ ਦਫਨਾ ਕੇ ਜਦ ਘਰ ਆਏ ਤੇ ਉਸ ਬਾਰੇ ਗੱਲਾਂ ਕਰਦੇ ਕਰਦੇ ਸੌਂ ਗਏ। ਆਓ ਅੱਗੇ ਪੜ੍ਹਦੇ ਹਾਂ। ਧਰੂ ਦੁਆਲੇ ਘੁੰਮਣ ਵਾਲੀ 7 ਰਿਸ਼ਿਆਂ ਦੀ ਖਿੱਤੀ ਕਿਤੇ ਦੀ ਕਿਤੇ ਜਾ ਚੁੱਕੀ ਸੀ। ਕਿੰਨੇ ਹੀ ਤਾਰੇ ਆਕਾਸ਼ੋਂ ਬੁੱਝ ਚੁੱਕੇ ਸਨ। ਜਦੋਂ ਰਹੀਮੂ ਕਸਮੇੜੇ ਜਿਹੇ ਪਾਂਦਾ ਜਾਗਿਆ, ਰਾਤ ਏਡੀ ਡਰਾਉਣੀ ਸੀ ਜਿੱਦਾਂ ਉਹਨਾਂ ਦੀ ਮੋਈ ਮਾਂ ਦਾ ਚਿਹਰਾ। ਉਸ ਸਹਿਜੇ ਜਿਹੇ ਭਰਾ ਨੂੰ ਜਗਾ ਕੇ ਆਖਿਆ, ਭੁੱਖ ਲੱਗੀ ਓਏ ਕਰੀਮੂ। ਘਰ ਵਿੱਚ ਤੇ ਕੁਝ ਨਹੀਂ, ਕਰੀਮੂ ਬੋਲਿਆ। ਫਿਰ ਕਿੰਨਾ ਚਿਰ ਦੋਵੇਂ ਗੁੰਮ ਜਿਹੇ ਪਏ ਰਹੇ, ਪਰ ਰਹੀਮੂ ਨੇ ਮੁੜ ਆਖਿਆ, ਅਖਰੋਟ ਭੰਨ ਕੇ ਖਾ ਲਵਾਂ। ਖੇਡਾਂਗੇ ਕਾਹਦੇ ਨਾਲ? ਖੇਡਾਂਗੇ ਕਾਹਦੇ ਨਾਲ? ਮੁੜ ਇੱਕ ਹੂਕ ਜਿਹੀ ਛਾ ਗਈ ਤੇ ਫਿਰ ਇੱਕੋ ਵਾਰ ਇੱਕੋ ਫੁਰਨਾ, ਜੀਕਰ ਦੋਹਾਂ ਨੂੰ ਫੁਰ ਪਿਆ ਹੁੰਦਾ ਏ। ਬਿਨਾਂ ਹੋਰ ਕੁਝ ਬੋਲਿਆ ਦੋਵੇਂ ਉੱਠ ਖਲੋਤੇ। ਮਲਕੜੇ ਜਿਹੇ ਇੱਕ ਨੇ ਕਹੀ ਚੁੱਕੀ ਤੇ ਦੂਜੇ ਨੇ ਕੰਧਾਲਾ ਅਤੇ ਬੂਹਾ ਲਾ ਕੇ ਸਹਿਜੇ ਸਹਿਜੇ ਦੋਵੇਂ ਬਾਹਰ ਨਿਕਲ ਗਏ। ਰਾਤ ਮੌਤ ਜਿੱਦੀ ਖਾਮੋਸ਼ ਸੀ। ਸੱਜਰੀ ਦੱਬੀ ਮਾਂ ਦੀ ਕਬਰ ਉੱਤੇ 2 ਕਾਲੇ ਵਜੂਦ ਅਹਿਲ ਖਲੋਤੇ ਸਨ, ਜੀਕਰ ਮੌਤ ਦੇ ਪਰਛਾਵੇਂ ਹੁੰਦੇ ਹਨ। ਕਿੰਨਾ ਚਿਰ ਕੋਈ ਆਵਾਜ਼ ਉੱਥੋਂ ਪੈਦਾ ਨਾ ਹੋਈ। ਕੁਝ ਚਿਰ ਮਗਰੋਂ ਕੁਝ ਸਾਂ ਹੋਈ। ਕਰੀਮੂ ਮਾਰ ਵੀ ਟੱਕ ਸਹਿਜੇ ਹੀ ਰਹੀਮੂ ਦੇ ਮੂੰਹੋਂ ਮਸਾਂ ਨਿਕਲਿਆ, ਤੂੰ ਵੀ ਤੇ? ਕਰੀਮੂ ਨੇ ਕੰਬਦੀਆਂ ਬਾਹਾਂ ਨਾਲ ਕਹੀ ਆਪਣੇ ਵੱਲ ਝੁਕਾਉਂਦਿਆਂ ਕਿਹਾ। ਉਹਨਾਂ ਦੀਆਂ ਹਿੱਕਾਂ ਠੱਕ ਠੱਕ ਵੱਜ ਰਹੀਆਂ ਸਨ। ਕਹੀ ਤੇ ਕੰਧਾਲਾ ਜੀਕਰ ਉਹਨਾਂ ਤੋਂ ਚੁੱਕੇ ਹੀ ਨਹੀਂ ਸਨ ਜਾਂਦੇ। ਕਲਰ ਪੁੱਟਣ ਲਈ ਹਥਿਆਰਾਂ ਨੂੰ ਉਭਾਰ ਕੇ ਉਹ ਟੱਕ ਮਾਰਨਾ ਚਾਹੁੰਦੇ ਸਨ, ਪਰ ਬਾਹਾਂ ਜੀਕਰ ਸਥੀਆਂ ਹੀ ਹੋ ਗਈਆਂ ਹੁੰਦੀਆਂ ਹਨ। ਰਾਤ ਦੀ ਖਾਮੋਸ਼ੀ ਵਿੱਚੋਂ ਇੱਕ ਬੇਮਾਮੂਲੀ ਜਿਹੀ ਆਵਾਜ਼ ਉਹਨਾਂ ਦੇ ਕੰਨਾਂ ਵਿੱਚ ਗੂੰਜ ਉੱਠੀ, ਜੀਕਰ ਆਕਾਸ਼ ਤੇ ਪਤਾਲ ਦੋਵੇਂ ਬੋਲ ਉੱਠੇ ਹੁੰਦੇ ਹਨ। ਪਿਆਰੇ ਵਿਦਿਆਰਥੀਓ, ਕਿ ਕਿਸ ਤਰ੍ਹਾਂ ਮਾਂ ਦੇ ਮਰਨ ਪਿੱਛੋਂ ਜਦੋਂ ਰਾਤ ਨੂੰ ਦੋਵੇਂ ਭਰਾ ਸੌਂ ਗਏ ਤਾਂ ਅੱਧੀ ਕੁ ਰਾਤ ਨੂੰ ਜਦੋਂ ਉਹਨਾਂ ਨੂੰ ਭੁੱਖ ਲੱਗੀ ਤਾਂ ਉਹ ਇੱਕ ਦੂਜੇ ਨਾਲ ਗੱਲਾਂ ਕਰਨ ਲੱਗੇ। ਜਦ ਉਹਨਾਂ ਨੂੰ ਖਾਣ ਨੂੰ ਕੁਝ ਨਾ ਮਿਲਿਆ ਤਾਂ ਉਹਨਾਂ ਨੇ ਅਖਰੋਟ ਭੰਨ ਕੇ ਖਾਣ ਬਾਰੇ ਸੋਚਿਆ, ਪਰ ਫਿਰ ਦੋਨੋਂ ਇਹ ਸੋਚਣ ਲੱਗੇ ਕਿ ਉਹ ਫਿਰ ਖੇਡਣਗੇ ਕਿਸ ਨਾਲ। ਇਸ ਤਰ੍ਹਾਂ ਹੀ ਸੋਚਦਿਆਂ ਉਹਨਾਂ ਨੇ ਕਹੀ ਤੇ ਕੰਧਾਲਾ ਚੁੱਕਿਆ ਤੇ ਬਾਹਰ ਨੂੰ ਨਿਕਲ ਪਏ ਤੇ ਉੱਥੇ ਜਾ ਪਹੁੰਚੇ ਜਿੱਥੇ ਉਹਨਾਂ ਨੇ ਆਪਣੀ ਮਾਂ ਨੂੰ ਦਫਨਾਇਆ ਸੀ। ਆਓ ਅਗਲੀ ਲਾਈਨ ਵਿੱਚ ਕਹਾਣੀ ਪੜ੍ਹਦੇ ਹਾਂ। ਕਬਰ ਵਿੱਚ ਮੇਰੇ ਨਾਲ ਦਬਾ ਦੇਣੀਆਂ ਮੇਰੀਆਂ ਮੁਰਕੀਆਂ, ਤੁਹਾਡੇ ਅੱਬਾ ਦੀ ਯਾਦ ਬੱਚਾ ਮਾਂ। ਰਹੀਮੂ ਦੇ ਮੂੰਹੋਂ ਬੇਤਹਾਸ਼ਾ ਇਉਂ ਨਿਕਲਿਆ ਜਿਕਰ ਉਹ ਰੋ ਪਿਆ ਹੁੰਦਾ ਏ। ਚੱਲ ਰਹੀਮੂ, ਕਰੀਮੂ ਕੇਵਲ ਇੰਨਾ ਹੀ ਆਖ ਸਕਿਆ। ਹਥਿਆਰ ਦੋਹਾਂ ਦੇ ਹੱਥੋਂ ਟਹਿ ਪਏ। ਤਾਰਿਆਂ ਦੀ ਲੋਅ ਵਿੱਚ ਉਹਨਾਂ ਘਰ ਨੂੰ ਮੁੜੇ ਜਾਂਦਿਆਂ ਦੀ ਅੱਖਾਂ ਵਿੱਚ ਹੰਝੂ ਚਮਕ ਰਹੇ ਸਨ। ਪਿਆਰੇ ਵਿਦਿਆਰਥੀਓ, ਬੇਸ਼ੱਕ ਉਹਨਾਂ ਦੋਹਾਂ ਭਰਾਵਾਂ ਨੇ ਮਾਂ ਦੀ ਕਬਰ ਪੁੱਟ ਕੇ ਉਸ ਦੀਆਂ ਮੁਰਕੀਆਂ ਲਾਹੁਣ ਬਾਰੇ ਸੋਚਿਆ, ਪਰ ਜਦੋਂ ਹੀ ਉਹਨਾਂ ਨੂੰ ਆਪਣੀ ਮਾਂ ਦੇ ਕਹੇ ਬੋਲ ਇਹ ਯਾਦ ਆਏ ਕਿ ਇਹ ਉਸ ਦੀ ਅੱਬਾ ਦੀ ਨਿਸ਼ਾਨੀ ਹੈ ਤੇ ਉਸ ਨੂੰ ਇਸ ਦੇ ਨਾਲ ਹੀ ਦਬਾ ਦੇਣਾ, ਤਾਂ ਕਿਵੇਂ ਦੋਵੇਂ ਭਰਾਵਾਂ ਦੀਆਂ ਅੱਖਾਂ ਭਰ ਆਈਆਂ। ਪਿਆਰੇ ਵਿਦਿਆਰਥੀਓ, ਇਹ ਸ਼ਬਦ ਰਹੀਮੂ ਤੇ ਕਰੀਮੂ ਲਈ ਉਸ ਦੀ ਮਾਂ ਪ੍ਰਤੀ ਹਮਦਰਦੀ ਤੇ ਪਿਆਰ ਨੂੰ ਪ੍ਰਗਟ ਕਰਦੇ ਹਨ ਤੇ ਕਿਵੇਂ ਉਹ ਆਪਣੀ ਮਾਂ ਦੀ ਨਸੀਹਤ ਨੂੰ ਜਦ ਯਾਦ ਕਰਦੇ ਹਨ ਤੇ ਉਹਨਾਂ ਦੇ ਮਨ 'ਤੇ ਗਹਿਰਾ ਅਸਰ ਹੁੰਦਾ ਹੈ। ਇਸ ਪ੍ਰਕਾਰ ਇਹ ਕਹਾਣੀ ਬੜੇ ਮਾਰਮਿਕ ਅੰਤ ਨਾਲ ਖਤਮ ਹੁੰਦੀ ਹੈ। ਆਓ ਹੁਣ ਇਸ ਨਾਲ ਸੰਬੰਧਿਤ ਕੁਝ ਪ੍ਰਸ਼ਨ ਤੁਹਾਨੂੰ ਦੱਸ ਦਈਏ ਜਿਨ੍ਹਾਂ ਨੂੰ ਤੁਸੀਂ ਆਪਣੀ ਕਾਪੀ 'ਤੇ ਲਿਖਣਾ ਹੈ। ਪ੍ਰਸ਼ਨ ਨੰਬਰ 1, ਮਾਂ ਨਿੱਤ ਮਰਨ ਕਰਦੀ ਰਹਿੰਦੀ ਹੈ, ਇਹ ਸ਼ਬਦ ਕਿਸ ਨੇ ਕਹੇ? ਪ੍ਰਸ਼ਨ ਨੰਬਰ 2, ਕੌਣ ਮਾਂ ਨੂੰ ਦਫਨਾ ਕੇ ਘਰ ਪਰਤ ਆਏ? ਪ੍ਰਸ਼ਨ ਨੰਬਰ 3, ਮਾਂ ਨੇ ਕਰੀਮੂ ਤੇ ਰਹੀਮੂ ਨੂੰ ਆਪਣੇ ਮਰਨ ਮਗਰੋਂ ਕਿਹੜੀ ਚੀਜ਼ ਆਪਣੇ ਨਾਲ ਹੀ ਕਬਰ ਵਿੱਚ ਦਬਾ ਦੇਣ ਲਈ ਕਿਹਾ?
ਪ੍ਰਸ਼ਨ ਨੰਬਰ 4, ਕਰੀਮੂ ਤੇ ਰਹੀਮੂ ਦੀ ਮਾਂ ਮੁਰਗੀਆਂ ਨੂੰ ਕਿਉਂ ਆਪਣੇ ਕੰਨਾਂ ਨਾਲ ਵੱਖ ਨਹੀਂ ਸੀ ਕਰਨਾ ਚਾਹੁੰਦੀ। ਪ੍ਰਸ਼ਨ ਨੰਬਰ 5, ਮਾਂ ਦੇ ਮਰਨ 'ਤੇ ਕਰੀਮੂ ਤੇ ਰਹੀਮੂ ਦੀ ਸਹਾਇਤਾ ਲਈ ਕੌਣ ਪੁੱਜਾ। ਪ੍ਰਸ਼ਨ ਨੰਬਰ 6, ਕਿਹੜੀ ਗੱਲ ਨੇ ਕਰੀਮੂ ਤੇ ਰਹੀਮੂ ਨੂੰ ਮਾਂ ਦੀ ਕਬਰ ਪੁੱਟਣ ਦਾ ਰਾਹ ਚੁਣਨ ਲਈ ਮਜਬੂਰ ਕੀਤਾ। ਧੰਨਵਾਦ। ਤੰਦਰੁਸਤ ਰਹੋ, ਸੁਰੱਖਿਅਤ ਰਹੋ।